ਜਿੱਤਦੇ ਹੋ। ਤੇ ਉਸ ਤੋਂ ਬਾਅਦ ਤੁਸੀਂ ਕਿਸੇ ਦੁਨੀਆ ਵੱਲ ਧਿਆਨ ਨਹੀਂ ਦਿੰਦੇ, ਇੱਕ ਦੂਜੇ ਦੇ ਨੁਕਸ ਕੱਢਣ ਦੇ ਹੋ। ਆਹ ਵੇਖੋ ਲੋਕੋ ਟ੍ਰੀਟਮੈਂਟ ਪਲਾਂਟ, ਆਹ ਦੇਖੋ ਆਲੇ ਦੁਆਲੇ ਘਰ ਕਿਸ ਤਰੀਕੇ ਨਾਲ, ਨਾ ਗੁਰਦੁਆਰੇ ਦਾ ਲਿਆ ਜਾ, ਉਹ ਵੇਖੋ ਗੁੰਮਦ ਗੁਰਦੁਆਰੇ ਦਾ, ਉਹ ਮੰਦਿਰ ਦਾ, ਉਹ ਕ੍ਰਿਸਚਨ ਭਾਈਚਾਰੇ ਦਾ। ਕਿਵੇਂ ਲੋਕਾਂ ਨੇ ਸੁੰਦਰ ਸੁੰਦਰ ਘਰ ਬਣਾਏ, ਲੱਖਾਂ ਰੁਪਏ ਲਾ ਕੇ ਕਿੱਦਾਂ ਦੀਆਂ ਛੱਤਾਂ ਪਾਈਆਂ। ਪਰ ਇਹ ਟ੍ਰੀਟਮੈਂਟ ਪਲਾਂਟ ਬਿਲਕੁਲ ਚਿੱਟੇ ਪਾਣੀ ਦਾ ਹੋਣਾ ਚਾਹੀਦਾ। ਇਹ ਕਾਲਾ ਪਾਣੀ ਹੈ, ਇਹ ਨਿਰੀ ਜ਼ਹਿਰ ਹੈ। ਇਹ ਜਿੰਦੇ ਸਾਹ ਵਿੱਚ ਜਾਏਗਾ ਉਹਨੂੰ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਕਰੇਗਾ। ਇਹ ਸਾਰਾ ਪੋਲੂਸ਼ਨ ਬਣਨ ਤੋਂ ਹੀ ਇਹ ਬਿਮਾਰੀਆਂ ਜਾਗੀਆਂ ਨੇ। ਇਹਨਾਂ ਬਿਮਾਰੀਆਂ ਦਾ ਕਿਸੇ ਨੂੰ ਨਾਮ ਹੀ ਨਹੀਂ ਸੀ ਪਤਾ, ਕਰੋਨਾ ਵਰਗੀਆਂ ਦਾ। ਇੱਦਾਂ ਦੇ ਸੀਨੀਅਰ ਸਿਟੀਜ਼ਨ, ਆ ਦੇਖੋ ਨਾ, ਇਹ ਸੀਨੀਅਰ ਸਿਟੀਜ਼ਨ ਜਿਹੜੇ ਨੇ ਇਹ ਦੁਖੀ ਨੇ ਇਸ ਗੱਲ ਤੋਂ। ਇਹ NGO ਆ, ਤੇ ਜੇ NGO ਦੀ ਸੁਣਵਾਈ ਨਹੀਂ, ਲੋਕਾਂ ਦੀ ਸੁਣਵਾਈ ਨਹੀਂ, ਮੰਦਰ ਗੁਰਦੁਆਰੇ ਦੀ ਸੁਣਾਈ ਨਹੀਂ, AGI ਵਾਲੇ ਨੇ ਫਲੈਟ ਬਣਾਏ ਨੇ, ਇਹਨਾਂ ਦੇ ਵਿੱਚ ਵੇਖੋ ਇਹ ਸਾਰੀ ਗੰਦੀ ਹਵਾ ਜਾਂਦੀ ਹੈ। ਪਰ ਲੇਕਿਨ ਇਹਨੂੰ ਟ੍ਰੀਟ ਨੂੰ ਕਰਨਾ ਚਾਹੀਦਾ। ਮੈਂ ਸਾਰੀ ਪ੍ਰੈਸ ਦੇ ਸਾਹਮਣੇ ਇਹ ਗੱਲ ਲਿਆਣਾ, ਤੇ ਇਹ ਕਾਰਵਾਈ ਜਲਦੀ ਤੋਂ ਜਲਦੀ ਕਰਕੇ ਲੋਕਾਂ ਨੂੰ ਜਵਾਬ ਦਿਓ, ਮੇਰੇ ਪੈਸੇ ਨਾ ਕਮਾਓ। ਇਹ ਮੈਂ ਕਹਿਣਾ ਚਾਹੁੰਦਾ। हाँ हाँ जी, एक तरफ था हिंदुस्तान कह रहा है जी, पंजाब कह रहा है साढ़ा वाटर लेवल डाउन जा रहा जी, ਜਿਹੜਾ ਵਾਟਰ ਲੈਵਲ ਡਾਊਨ ਜਾ ਰਿਹਾ ਹੈਗਾ, ਕਿਉਂ ਨਹੀਂ ਇਸ ਪਾਣੀ ਨੂੰ ਸਵੱਛ ਕਰਕੇ ਤੁਸੀਂ ਖੇਤੀ ਲਈ ਯੂਜ਼ ਕਰਦੇ? ਉਹਦੇ ਲਈ ਟਿਊਬਵੈਲ ਤੇ ਟਿਊਬਲਾਂ ਨੂੰ ਤੁਸੀਂ ਦੇਈ ਜਾ ਰਹੇ ਹੋ। ਅਗਰ ਤੁਸੀਂ ਏਸੀ ਨੂੰ ਸਾਫ਼ ਕਰਕੇ, ਜਿੱਦਾਂ ਅਗਰ ਤੁਸੀਂ ਦੇਖੋ ਜਾ ਕੇ ਮੱਧ ਪ੍ਰਦੇਸ਼ ਚਲੇ ਜਾਓ ਔਰ ਕਰਨਾਟਕਾ ਜਾਂ ਕਿਤੇ ਹੋਰ ਚਲੇ ਕੇ ਜਾ ਕੇ ਦੇਖੋ, ਉਹ ਟ੍ਰੀਟਮੈਂਟ ਪਲਾਂਟ ਨੂੰ ਰੀਯੂਜ਼ ਕਰਦੇ ਹੈਗੇ। ਜਿੰਨੀਆਂ ਕਲੋਨੀਆਂ 'ਚ ਉਹਨਾਂ ਨੂੰ ਉਦੋਂ ਤੱਕ ਅਲਾਉ ਨਹੀਂ ਕਰਦੇ ਜਦ ਤੱਕ ਕਿ ਤੁਸੀਂ ਟ੍ਰੀਟਮੈਂਟ ਪਲਾਂਟ ਨਹੀਂ ਲਾਉਂਦੇ, ਉਸ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਯੂਜ਼ ਨਹੀਂ ਕਰਦੇ। ਜਿੰਨਾ ਵੀ ਤੁਹਾਡਾ ਆਪਣਾ ਨਰਸਰੀਆਂ ਜਾਂ ਪਾਰਕ ਹੈਗੇ, ਉਹਦੇ ਵਿੱਚ ਤੁਸੀਂ ਆਪਣਾ ਕਨੈਕਸ਼ਨ ਦਿਓ ਤਾਂ ਕਿ ਇਹ ਪਾਣੀ ਯੂਜ਼ ਹੋਵੇ, ਤਾਂ ਕਿ ਪਾਣੀ ਦੀ ਬਚਤ ਹੋਵੇ। ਹੁਣ ਜਿੰਨੇ ਵੀ ਪਾਰਕ ਕਲੋਨੀਆਂ ਵਿੱਚ ਹੈਗੇ, ਸਾਰਿਆਂ ਵਿੱਚ ਸਵੱਛ ਭਾਰਤ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਉਹ ਯੂਜ਼ ਕਰਦੇ ਆ। ਕਿਉਂ ਨਾ ਇਸ ਪਾਣੀ ਨੂੰ ਟ੍ਰੀਟ ਕਰਕੇ ਕੀਤਾ ਜਾਵੇ? ਪਰ ਨਹੀਂ, ਸਰਕਾਰ ਦਾ ਧਿਆਨ ਇੱਧਰ ਤਾਂ ਹੈ ਹੀ ਨਹੀਂ। ਅਸੀਂ 1 ਸਾਲ ਤੋਂ ਇਹ ਟਰਾਈ ਕਰੀ ਜਾ ਰਹੇ ਹਾਂ। ਫਿਰ ਹੁਣ ਅਸੀਂ MLA ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਰ ਤੁਸੀਂ ਕੁਝ ਸਾਡਾ ਸਾਥ ਦਿਓ, ਤਾਂ ਕਰਕੇ ਇਹ ਦੇਖ ਲਓ ਜੋ ਕੁਝ ਹੋ ਰਿਹਾ। ਤੁਹਾਡੀ NGO ਦਾ ਕੀ ਨਾਮ ਹੈ ਜੀ? ਆਜ ਕੀ ਪੁਕਾਰ ਹਿਊਮਨ ਰਾਈਟ ਐਸੋਸੀਏਸ਼ਨ। ਅਸੀਂ 1 ਸਾਲ ਤੋਂ ਇਹਨਾਂ ਦੇ ਪਿੱਛੇ ਪਏ ਹੋਏ ਹਾਂ ਕਿ ਤੁਸੀਂ ਇਹ ਗੰਦ, ਇਹ ਜਿਹੜਾ ਹੈਗਾ ਬਿਮਾਰੀ ਦਾ ਘਰ ਬਹਿ ਰਿਹਾ। ਅੱਜ ਔਰ ਦਾ ਤੁਸੀਂ ਬਾਅਦ ਵਿੱਚ ਇੱਕ ਵਰਿਆਨਾ ਤਾਂ ਤੁਹਾਡੇ ਤੋਂ ਸਮਝ ਨਹੀਂ ਰਿਹਾ, ਦੂਜਾ ਵਰਿਆਨਾ ਤੁਸੀਂ ਨਾਲ ਦੇ ਨਾਲ ਖੜਾ ਕਰੀ ਜਾ ਰਹੇ ਹੋ। ਸਾਲ ਤੋਂ ਇਹਨਾਂ ਦਾ ਕਹਿਣਾ ਹੈ ਜੀ, ਦੇਖੋ ਕਹਿੰਦੇ ਅਸੀਂ ਆਪਣੀ ਨਵੀਂ ਜਨਰੇਸ਼ਨ ਨੂੰ ਆਹ ਚੀਜ਼ਾਂ ਨਹੀਂ ਦੇ ਸਕਦੇ, ਪਰ ਇਹ ਸਰਕਾਰਾਂ ਟੈਕਸ ਵੀ ਲੈਂਦੀਆਂ ਨੇ, ਬਿੱਲ ਵੀ ਲੈਂਦੀਆਂ ਨੇ, ਪੈਸੇ ਵੀ ਠੱਗਦੀਆਂ ਨੇ, ਜ਼ਮੀਨਾਂ ਵੀ ਐਕਵਾਇਰ ਕਰਦੀਆਂ ਨੇ, ਪਰ এনवायरमेंट ਖਰਾਬ ਕਰਦੀਆਂ ਨੇ। ਇਹ ਕੋਵਿਡ ਦੀ ਦਵਾਈ ਨਾਲ ਨਹੀਂ ਲੋਕਾਂ ਨੇ ਬਚਣਾ, এনवायरमेंट ਨਾਲ ਬਚਣਾ ਹੈ। ਆ ਸੀਨੀਅਰ ਸਿਟੀਜ਼ਨਾਂ ਦਾ ਨਾਰਾ ਹੈ, ਇਹ NGO ਹੈ। ਜੇ ਇਹਨਾਂ NGO ਦੇ ਮਗਰ ਲੱਗ ਕੇ ਕੋਈ ਆਪਾਂ ਸਮਝ ਲਵਾਂਗੇ ਤੇ ਅਗਲੀ ਪੀੜ੍ਹੀ ਨੂੰ ਕੁਝ ਦੇ ਦਿਆਂਗੇ। ਬਾਕੀ ਸਰਦਾਰ ਪ੍ਰਗਟ ਸਿੰਘ ਜੀ, ਤੁਸੀਂ ਇਲਾਕੇ 'ਚ ਕੁਝ ਨਹੀਂ ਕੀਤਾ, ਤੁਹਾਨੂੰ ਦਿਖਾਉਣ ਵਾਸਤੇ ਸ਼ੁਰੂ ਕੀਤਾ। ਤੁਹਾਨੂੰ ਮੈਂ ਸਾਰਾ ਕਾਰਨਰ ਤੁਹਾਡਾ ਦਿਖਾਣਾ ਕਿੱਥੇ ਕਿੱਥੇ ਕੀ ਹੈ। ਜਿਹੜਾ ਪੈਸਾ ਸੰਗਤ ਦਰਸ਼ਨ 'ਚ ਅਸੀਂ ਦੇ ਕੇ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਨੁਮਾਇੰਦਗੀ 'ਚ, ਉਹੋ ਹੀ ਪੈਸਾ ਲੱਗਾ। ਜੇ ਉਹੀ ਲਾ ਦਿੰਦੇ ਨਾ, ਟ੍ਰੀਟਮੈਂਟ ਦਾ ਪੈਸਾ ਲੋਕੀ ਖਾਈ ਜਾਂਦੇ ਨੇ। ਅੱਜ ਫਾਈਲ ਕਢਾਓ ਕਿ ਤੁਸੀਂ ਕਿੰਨਾ ਪੈਸਾ ਪਾ ਰਹੇ ਹੋ ਤੇ ਕੀ ਲੋਕਾਂ ਨੂੰ ਦੇ ਰਹੇ ਹੋ। ਇਹ 5 ਟਨ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ। ਇਹ 25 ਟਨ ਦਾ ਬਣ ਰਿਹਾ, ਵੈਟ ਵੇਸਟ ਟ੍ਰੀਟਮੈਂਟ ਐਂਡ ਪ੍ਰੋਸੈਸਿੰਗ। ਇਹ ਪਲਾਨ ਲੱਗ ਰਿਹਾ ਫੁਲੜੀਵਾਲ 'ਚ, ਲੱਗ ਗਿਆ ਜੀ। ਇਹ ਕਹਿਣ ਨੂੰ ਫੁਲੜੀਵਾਲ ਹੈ, ਇਹ ਸਾਰਾ ਸ਼ਹਿਰ ਦੀ ਮੇਨ ਆਬਾਦੀ ਬਣ ਗਈ। ਤੇ ਇਹ ਵਿਦਆਊਟ ਪਰਮਿਸ਼ਨ ਇੱਕ ਕਾਰਪੋਰੇਸ਼ਨ ਇਲੀਗਲ ਕੰਮ ਕਰ ਰਹੀ ਹੈ, ਜਿਹਨੇ ਛੋਟੇ ਛੋਟੇ ਮਕਾਨਾਂ ਦੀ ਰਖਵਾਲੀ ਕਰਨੀ ਹੈ। ਉਹ ਅੱਜ ਵੇਖੋ ਗਲਤ ਕੰਮ ਕਰ ਰਹੀ ਹੈ। ਇਹ NGO ਦਾ ਕਹਿਣਾ ਹੈ ਕਿ ਅਸੀਂ RTI ਪਾਈਏ, ਵੀ ਸਾਨੂੰ 25 ਟਨ ਦੀ ਪਰਮਿਸ਼ਨ ਤਾਂ ਦਿਖਾਓ। ਅੱਗੇ ਤੁਸੀਂ ਟ੍ਰੀਟਮੈਂਟ ਪਲਾਂਟ ਦੀ ਗਲਤੀ ਕੀਤੀ ਹੋਈ ਹੈ, ਹੁਣ ਤੁਸੀਂ ਆਹ ਕਰ ਰਹੇ ਹੋ। ਤੇ ਇਹ MLA ਜਿਹੜਾ ਇੱਥੋਂ ਦਾ ਪ੍ਰਗਟ ਸਿੰਘ ਆ ਤੇ ਕੈਪਟਨ ਅਮਰਿੰਦਰ ਸਿੰਘ ਆ, ਇਹਨਾਂ ਨੇ ਜਲੰਧਰ ਦਾ ਇਸ਼ੂ ਇਹ ਬਣਾਇਆ ਸੀ, ਵਰਿਆਣਾ ਚੁੱਕਣਾ ਚਾਹੁੰਦੇ ਸੀ। ਵਰਿਆਣੇ ਦੇ ਲੋਕ ਰੋਂਡੇ ਨੇ, ਉਹ ਤਾਂ ਪਿੰਡਵਾਦੀ ਸੀ। ਇਹ ਸ਼ਹਿਰਵਾਦੀ ਦੇ ਵਿੱਚ ਜਿੱਥੇ ਇੱਧਰ ਆ ਜਾਓ, 10 ਲੱਖ ਦੀ ਜਗ੍ਹਾ ਹੈ, ਉਹ 10 ਲੱਖ ਦੀ ਜਗ੍ਹਾ ਨੂੰ
ਇਹ ਵੇਸਟ ਕਰਕੇ ਖਰਾਬਾ ਕਰ ਰਹੇ ਨੇ ਤੇ ਨਾਲ ਗਿਫਟ ਦੇ ਰਹੇ ਨੇ। ਲੋਕੀ ਫੁੱਲ ਦਿੰਦੇ ਨੇ ਇੱਕ ਦੂਜੇ ਨੂੰ, ਇਹ ਕੂੜਾ ਦੇ ਰਹੇ ਨੇ। ਤੇ ਸੰਭਾਲਣ ਦਾ ਕੋਈ ਤਰੀਕਾ ਠੀਕ ਨਹੀਂ ਬਣਾਇਆ। ਸਿਰਫ ਕਮਿਸ਼ਨਾਂ, ਪੈਸੇ ਕਮਿਸ਼ਨਰ ਤੋਂ ਲੈ ਕੇ ਐਫਟੀਪੀਓ ਤੋਂ ਲੈ ਕੇ ਇੰਜੀਨੀਅਰਾਂ ਤੋਂ ਲੈ ਕੇ ਸਿਰਫ ਫਾਈਲ ਸਾਈਨ ਹੁੰਦੀ ਹੈ। ਜਿੰਨੇ ਸਾਈਨ ਗਿਣੇ ਜਾਂਦੇ ਨੇ ਉਹਨਾਂ ਦੇ ਉਸ ਹਿਸਾਬ ਨਾਲ ਉਨੀ ਮੋੜ ਨਾਲ ਪੈਸੇ ਲੈ ਲਏ ਜਾਂਦੇ ਨੇ। ਇਹ ਸਿੱਧੇ ਤੌਰ ਤੇ ਜਲੰਧਰ ਸ਼ਹਿਰ ਸਾਰਾ ਕਹਿ ਰਿਹਾ ਹੈ ਕਿ ਸਾਨੂੰ ਨਰਕ ਵਿੱਚ ਪਾ ਰਹੇ ਨੇ, ਸਾਨੂੰ ਬਚਾ ਨਹੀਂ ਰਹੇ। ਮੈਂ ਅੱਜ ਇਸ NGO ਦੇ ਕਹਿਣ ਤੇ ਇਸ ਟ੍ਰੀਟਮੈਂਟ ਪਲਾਂਟ ਦੇ ਉੱਤੇ ਆਇਆ ਤੇ ਇਹ ਜਿਹੜੀ NGO ਆ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਬੜੀ ਜਲਦੀ ਇੱਥੇ ਹੀ ਪ੍ਰੈਸ ਕਾਨਫਰੰਸ ਰੱਖਾਂਗਾ ਤੇ ਇਹਨਾਂ ਲੋਕਾਂ ਨੂੰ ਉਜਾਗਰ ਕਰਾਂਗਾ, ਨਾਲ ਲਵਾਂਗਾ ਤੇ ਇਹ ਸਰਕਾਰ ਦੇ ਦੁਆਲੇ ਹੋ ਕੇ ਇਹ ਜਿਹੜੀਆਂ ਤਰੁੱਟੀਆਂ ਬਣੀਆਂ ਨੇ ਇਹਨਾਂ ਨੂੰ ਖਤਮ ਕਰਾਂਗਾ। ਜਿਹੜੀ ਹਵਾ ਜਦੋਂ ਕਿਸੇ ਦੇ ਚੈਸਟ ਤੇ ਚਲੀ ਜਾਂਦੀ ਹੈ ਉਹ ਨਹੀਂ ਬਚਦੀ ਹੈ ਤਾਂ ਲੈਂਟਰ ਢਾ ਦਿੰਦੀ ਹੈ। ਨੀਹਾਂ 'ਚ ਇਹਦਾ ਪਾਣੀ ਚਲਾ ਜਾਏ ਨਾ ਜੀ ਸਿਮ ਕੇ ਤੇ ਉਹ ਨੀਹਾਂ ਦਾ ਸਰੀਆ ਗਲ ਜਾਂਦਾ। ਜਿਹਦੇ 'ਚ ਅਗਰ 5 ਟਨ ਤੋਂ ਉੱਤੇ ਅਗਰ ਤੁਸੀਂ ਕੋਈ ਪ੍ਰੋਸੈਸਿੰਗ ਪਲਾਂਟ ਲਾਉਂਦੇ ਹੋ ਉਹਦੇ ਲਈ ਤੁਹਾਨੂੰ ਪੋਲਿਊਸ਼ਨ ਬੋਰਡ ਦਾ ਸਰਟੀਫਿਕੇਟ ਲੈਣਾ ਜਾਂਦਾ। ਅਸੀਂ RTI 'ਚ ਇਹਨਾਂ ਤੋਂ ਮੰਗਿਆ ਕਿ ਅਗਰ ਤੁਸੀਂ ਤੁਹਾਨੂੰ ਪੋਲਿਊਸ਼ਨ ਸਰਟੀਫਿਕੇਟ ਮਿਲਿਆ ਤਾਂ ਸਾਨੂੰ ਉਹਦੀ ਕਾਪੀ ਦਿੱਤੀ ਜਾਏ। ਅਗਰ ਨਹੀਂ ਅਪਲਾਈ ਫॉर ਕੀਤਾ ਤਾਂ ਉਹਦੀ ਲੈਟਰ ਦੀ ਕਾਪੀ ਦਿੱਤੀ ਜਾਏ। ਅਗਰ ਨਹੀਂ ਦਿੱਤਾ ਤਾਂ ਤੁਸੀਂ ਇਸ ਚੀਜ਼ ਨੂੰ ਆਪਣਾ ਸਾਨੂੰ ਰਾਈਟਿੰਗ ਦੱਸੋ ਕਿ ਅਸੀਂ ਇਸ ਦਾ ਕੋਈ ਸਰਟੀਫਿਕੇਟ ਨਹੀਂ ਲਿੱਤਾ। ਜਿਹੜਾ ਤੁਸੀਂ ਪਲਾਂਟ ਲਾ ਰਹੇ ਹੋ ਤੁਸੀਂ ਇਹਦੇ ਲਈ ਪਹਿਲੇ ਪੋਲਿਊਸ਼ਨ ਕਲੀਅਰੈਂਸ ਲਿੱਤੀ ਕਿ ਨਹੀਂ ਲਿੱਤੀ? ਪਹਿਲੇ ਤਾਂ ਪਾਣੀ ਦਾ ਗੰਦ ਲੋਕੀ ਸੰਭਾਲ ਕੇ ਤੁਸੀਂ ਉਹਨੂੰ ਕਵਰ ਕਰ ਰਹੇ ਹੋ। ਹੁਣ ਉਹਦੀ ਜਗ੍ਹਾ ਇੱਕ ਹੋਰ ਤੁਸੀਂ ਬਰਿਆਨਾ ਬਣਾ ਰਹੇ ਹੋ। 1 ਸਾਲ ਤੋਂ ਸਾਡੀ NGOC ਤੇ ਲੜਾਈ ਕਰਦੀ ਪਈ ਹੈ ਪਰ ਸਾਡੀ ਕੋਈ ਸੁਣਾਈ ਹੋਈ। ਤਾਂ ਅਸੀਂ ਹੁਣ ਫਿਰ ਮੱਕੜ ਸਾਹਿਬ ਦੇ ਕੋਲ ਗਏ ਤਾਂ ਮੱਕੜ ਸਾਹਿਬ ਨੇ ਸਾਨੂੰ ਇਨਸ਼ੋਰ ਕੀਤਾ ਕਿ ਵੀ ਅਸੀਂ ਤੁਹਾਡੇ ਨਾਲ ਪੂਰਾ ਲੜਾਂਗੇ ਔਰ ਇਹ ਵਾਤਾਵਰਨ ਨੂੰ ਠੀਕ ਕਰਾਉਣ ਲਈ ਤੁਹਾਡੀ ਸਹਾਇਤਾ ਕਰਾਂਗੇ। ਅਸੀਂ ਮੱਕੜ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਲੜ ਫੜੀ। ਇੱਥੇ ਦੇਖੋ ਆਸ-ਪਾਸ ਇੰਨਾ ਰੈਸੀਡੈਂਸ਼ੀਅਲ ਏਰੀਆ ਬਣ ਰਿਹਾ ਹੈ ਤੇ ਉਹ ਰੈਸੀਡੈਂਸ਼ੀਅਲ ਏਰੀਆ ਹੈ ਤੇ ਉਹਨਾਂ ਦੇ ਵਾਸਤੇ ਤੇ ਇੱਕ ਸਵਸਥ ਵਾਤਾਵਰਨ ਇੱਥੇ ਹੋਣਾ ਚਾਹੀਦਾ। ਇੱਥੇ ਇੰਨਾ ਗੰਦ ਪਿਆ ਰਹੇਗਾ ਤਾਂ ਲੋਕੀ ਰਹਿਣਗੇ ਕਿਵੇਂ? ਉਹਨਾਂ ਦੇ ਸਵਾਸਥ ਦਾ ਕੀ ਹਾਲ ਹੋਏਗਾ? ਸਵਸਥ ਬਹੁਤ ਜ਼ਰੂਰੀ ਹੈ ਔਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਭਾਈ ਤੁਸੀਂ ਇਸ ਵਾਸਤੇ ਸਾਡੇ ਨਾਲ ਆਏ ਹੋ ਤੇ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਆਪਣਾ ਉਹ ਕੀਤਾ, ਆਪਣਾ ਯੋਗਦਾਨ ਦੇ ਰਹੇ ਹੋ। ਇਹ ਵੀ NGO ਦਾ ਉਪਰਾਲਾ ਹੈ। ਇਹਨਾਂ ਦੀ ਕਾਰਪੋਰੇਸ਼ਨ ਦੀ ਕੋਈ ਸੁਪਰਵਿਜ਼ਨ ਨਹੀਂ, ਕੋਈ ਡਾਕਟਰ ਸਾਹਿਬ ਦਾ ਉਪਰਾਲਾ ਨਹੀਂ, ਕੋਈ ਕਮਿਸ਼ਨਰ ਸਾਹਿਬ ਦਾ ਉਪਰਾਲਾ ਨਹੀਂ। ਸਾਡੇ ਇੱਥੇ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਲੱਗੇ ਨੇ ਉਹ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਇੱਕ IAS ਦਾ ਬੜਾ ਵੱਡਾ ਵਿਜ਼ਨ ਹੁੰਦਾ ਹੈ। ਗਣੇਸ਼ ਸ਼ਰਮਾ ਜੀ ਨੇ ਇਹਨਾਂ ਦੀ ਸੁਪਰਵਿਜ਼ਨ ਹੈ ਤੇ ਆਹ ਸੁਪਰਵਿਜ਼ਨ ਹੋ ਰਹੀ ਹੈ ਜਿੱਥੇ ਲੋਕਾਂ ਦੀ ਹੈਲਥ ਨਾਲ ਖਿਲਵਾੜ ਹੋ ਰਿਹਾ। ਬਾਕੀ ਜੋ ਕਾਨੂੰਨ ਕਹਿੰਦਾ ਅਸੀਂ ਉਹ ਕਾਰਵਾਈ ਵੀ ਕਰਾਂਗੇ। ਇਹਨਾਂ ਦੇ ਉੱਪਰ ਵੀ ਬੜੀਆਂ ਚੀਜ਼ਾਂ ਨੇ ਪਰ ਲੇਕਿਨ ਇਹ NGO 1 ਸਾਲ ਤੋਂ ਮਿਹਨਤ ਕਰ ਰਹੀ ਹੈ। ਇਹਨਾਂ ਦੀ ਸੁਣਵਾਈ ਕਿਸੇ ਨੇ ਨਹੀਂ ਕੀਤੀ। ਮੈਂ ਧੰਨਵਾਦੀ ਹਾਂ ਇਹਨਾਂ ਸੀਨੀਅਰ ਸਿਟੀਜ਼ਨਸ਼ਿਪ ਦਾ, ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਦੁੱਖ ਨੂੰ ਵੇਖ ਕੇ, ਇਹਨਾਂ ਘਰਾਂ ਵਾਲਿਆਂ ਨੂੰ ਦੇਖ ਕੇ, ਇਹਨਾਂ ਘਰਾਂ 'ਚ ਰਹਿ ਕੇ ਇਹ ਦੁੱਖ ਫੀਲ ਕੀਤਾ ਹੈ। ਵੈਟ ਵੇਸਟ ਟ੍ਰੀਟਮੈਂਟ ਪਲਾਂਟ ਇਹ ਫੋਡੀਵਾਲ ਜਿਹਦਾ ਨਾਂ ਰੱਖਿਆ ਹੈ ਉਹਦੇ ਵਿੱਚ ਫੋਡੀਵਾਲ ਨੂੰ ਇਹ ਗੰਦ ਨਾਲ ਭਰ ਰਹੇ ਨੇ। ਪਹਿਲਾਂ ਟ੍ਰੀਟਮੈਂਟ ਗਲਤ ਬਣਿਆ ਪਰ ਮੈਂ ਹੈਰਾਨ ਹਾਂ ਕਿ ਜਿਹੜੇ ਲੋਕ ਇਹਦੇ ਨਾਂ ਦੀਆਂ ਵੋਟਾਂ ਲੈਂਦੇ ਨੇ ਤੇ ਮੁੜ ਕੇ ਉਹਦੇ ਵੱਲ ਦੇਖਦੇ ਵੀ ਨਹੀਂ। ਸਰਦਾਰ ਪ੍ਰਗਟ ਸਿੰਘ, ਸਰਦਾਰ ਅਮਰਿੰਦਰ ਸਿੰਘ ਇੱਥੋਂ ਦੇ MP, ਮੈਂ ਇਹਨਾਂ ਦਾ ਨਿਰਾਦਰ ਕਰਦਾ, ਇਹਨਾਂ ਦੀ ਬਦਨਾਮੀ ਕਰਦਾ ਕਿ ਤੁਸੀਂ ਇਹ ਕੰਮ ਗਲਤ ਕੀਤਾ। ਤੁਸੀਂ ਇਨਸਾਨੀਅਤ ਨਾਲ ਧੱਕਾ ਕਰ ਰਹੇ ਹੋ, ਤੁਸੀਂ ਸੇਵਾ ਨਹੀਂ ਕਰ ਰਹੇ। ਫੀਤਾ ਕੱਟਣ ਚਲੇ ਜਾਂਦੇ ਹੋ ਪਰ ਪਤਾ ਨਹੀਂ ਕਿ ਪੈਸਾ ਲੱਗ ਰਿਹਾ ਕਿ ਖਰਾਬ ਹੈ। ਸਵੱਛ ਭਾਰਤ ਦਾ ਪੈਸਾ ਲਿਆ ਕੇ ਤੁਸੀਂ ਖਰਾਬ ਕਰ ਰਹੇ ਹੋ। ਪੈਸਾ ਤਾਂ ਸਾਡਾ ਨਾ ਜੀ, ਪੈਸਾ ਤਾਂ ਪਬਲਿਕ ਦਾ ਨਾ ਜੀ, ਟੈਕਸ ਪੇਅਰ ਦਾ ਪੈਸਾ। ਜਿੰਨੀ ਵੀ ਸਕੀਮ ਬਣਦੀ ਹੈ ਪੈਸਾ ਹਰ ਚੀਜ਼ ਦੇ ਵਿੱਚ ਐਦਾ ਹੀ ਲੱਗਦਾ ਪਬਲਿਕ ਦਾ ਪੈਸਾ ਹੁੰਦਾ। ਔਰ ਇਹ ਦੇਖ ਲਓ ਇਹ ਹਾਲ ਹੈ ਪਬਲਿਕ ਦੇ ਪੈਸੇ ਤੇ। ਅਸੀਂ ਲੋਕ ਚਾਹ ਰਹੇ ਸੀ ਕਿ ਅਸੀਂ ਇੰਦੌਰ ਬਣੇ ਹਿੰਦੁਸਤਾਨ ਦਾ ਸਭ ਤੋਂ ਸਾਫ਼ ਪਲੇਸ ਹੈਗੀ ਹੈ। ਅਸੀਂ ਚਾਹੁੰਦੇ ਸੀ ਕਿ ਉੱਥੋਂ ਵਾਲਾ ਮਾਡਲ ਅਸੀਂ ਆਪਣੇ ਜਲੰਧਰ ਵਿੱਚ ਵੀ ਲੈ ਕੇ ਆਈਏ ਤੇ ਇਹਨਾਂ ਨੇ ਸਾਡੀ ਸਲਾਹ ਵੀ ਲੈਣੀ ਵੀ ਉਚਿਤ ਨਹੀਂ ਸਮਝੀ। ਅਸੀਂ ਸਲਾਹ ਦੇਣ ਨੂੰ ਤਿਆਰ ਸੀਗੇ ਕਿ ਇਹ ਕਿਵੇਂ ਕੰਮ ਹੋ ਸਕਦਾ ਹੈ ਪਰ ਉਹ ਵੀ ਲੈਣ ਨੂੰ ਤਿਆਰ ਨਹੀਂ ਸੀਗੇ। ਤਾਂ ਹੀ ਸਾਨੂੰ ਇੱਧਰ ਉੱਧਰ ਮਨੇ ਕਿ ਹੋਰ ਜਗ੍ਹਾ 'ਤੇ ਅਸੀਂ
ਆਪਣੇ ਭਾਈ ਸਾਹਿਬ ਦਾ, ਮੱਕੜ ਸਾਹਿਬ ਦਾ ਅਸੀਂ ਧੰਨਵਾਦ ਕਰਨੇ ਆ ਕਿ ਉਹ ਫਿਰ ਸਾਡੇ ਨਾਲ ਹੀ ਆਖਿਰ ਲੱਗ ਕੇ ਅੱਜ ਹੁਣ ਅਸੀਂ ਉਮੀਦ ਕਰਨੇ ਆ ਮੱਕੜ ਸਾਹਿਬ ਕਿ ਅਸੀਂ ਇਸ ਚੀਜ਼ ਨੂੰ ਠੀਕ ਕਰ ਸਕਾਂਗੇ ਔਰ ਪਬਲਿਕ ਨੂੰ ਇੱਕ ਅਸੀਂ ਦਿਖਾ ਸਕਨੇ ਆ ਕਿ ਜਲੰਧਰ ਵੀ ਇੱਕ ਐਸੀ ਸਿਟੀ ਹੈ ਜਿਹੜੀ ਬੜੀ ਸਾਫ਼ ਸੁਥਰੀ ਸਿਟੀ ਹੋ ਸਕਦੀ ਹੈ। ਜਿਵੇਂ ਹੋਰ ਹੋ ਸਕਦੇ ਆ, ਜਲੰਧਰ ਕਿਉਂ ਨਹੀਂ ਹੋ ਸਕਦਾ? ਅਸੀਂ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਐਕਸਪੈਰੀਮੈਂਟਲ ਸਾਨੂੰ ਆਪਣਾ ਤੁਸੀਂ ਕੰਮ ਤੁਸੀਂ ਕਰੋ, ਸਾਡੀ ਐਡਵਾਈਸ ਤੇ ਕਰਕੇ ਦੇਖੋ Advice ਕਿੱਦਾਂ ਨਹੀਂ ਕਲੀਅਰ ਹੋ ਸਕਦਾ। ਸਭ ਚੀਜ਼ਾਂ ਹੋ ਸਕਦੀਆਂ ਐਵਰੀਥਿੰਗ ਇਜ਼ ਪੋਸੀਬਲ ਇਨ ਵਰਲਡ, ਪਰ ਇਹਨਾਂ ਨੇ ਸਾਨੂੰ ਕਿਤੇ ਕੁਛ ਨਹੀਂ ਨਹੀਂ ਐਕਚੁਅਲੀ ਸਰਕਾਰ ਹੈ ਨਾ ਭਾਈ, ਸਰਕਾਰ ਜਿਸ ਲਈ ਆਦਮੀ ਹੋ ਜਾਂਦਾ ਫਿਰ ਤੇ ਉਹ ਸਰਕਾਰ ਹੀ ਹੋ ਗਿਆ। तो अपना साड़ी कारपोरेशन ने कहा ड्राई और वैट गारबेज ਅਸੀਂ ਡੋਰ ਟੂ ਡੋਰ ਕਲੈਕਟ ਕਰਕੇ ਲੈ ਕੇ ਆਵਾਂਗੇ, ਪਰ ਇੱਥੇ ਕੂੜਾ ਇਕੱਠਾ ਆ ਰਿਹਾ ਸੀਗਾ। ਜਦੋਂ ਐਨਜੀਓ ਨੇ ਥੋੜੀ ਰਿਪੋਰਟਿੰਗ ਕੀਤੀ ਤੇ ਉਹਨਾਂ ਨੇ ਇਹ ਨਵਾਂ ਸ਼ਹਿਰ ਤੋਂ ਮਸ਼ੀਨ ਮੰਗਾ ਕੇ ਇੱਥੇ ਤੇ ਇਹਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਨੌਲੇਜ ਵੀ ਪ੍ਰੋਸੈਸਿੰਗ ਹੋ ਰਹੀ ਹੈ। ਦਿਸ ਇਜ਼ ਨਾਟ ਅ ਪ੍ਰੋਸੈਸਿੰਗ ਮਸ਼ੀਨ, ਦਿਸ ਇਜ਼ ਓਨਲੀ ਸਕਰੀਨਿੰਗ ਮਸ਼ੀਨ। ਮਸ਼ੀਨ ਆਈ ਕਦੋਂ? ਇਹ ਤਕਰੀਬਨ ਉਹਨੂੰ ਮਹੀਨਾ ਖੰਡ ਹੋ ਗਿਆ ਜਿੱਥੇ ਆਈ। ਤੇ ਜਾਲੇ ਲੱਗੇ ਪਏ ਨੇ ਤੇ ਕਦੀ ਇਹਨਾਂ ਵਰਤੀ ਨਹੀਂ, ਕਦੀ ਸਿਰਫ ਚਲਾਈ ਇੱਕ ਦਿਨ ਚੱਲੀ ਨਹੀਂ। ਜੀ, ਸਿਰਫ ਇੱਕ ਦਿਨ ਚੱਲੀ 8 ਘੰਟੇ। ਆ ਜਾਲੇ ਹੀ ਦੱਸ ਰਹੇ ਨੇ, ਆ ਜਿਹੜੀ ਚੀਜ਼ ਬੰਦ ਪਈ ਉਹਦਾ ਉਹਦੀ ਸ਼ਕਲ ਹੀ ਦੱਸ ਰਹੀ ਹੈ। ਇਹ ਸਿਰਫ ਕਚਰੇ ਦੇ ਵਿੱਚੋਂ ਪੋਲੀਥਿਨ ਦੇ ਲਿਫਾਫੇ, ਨਾਰੀਅਲ ਦੇ ਕੋਕੋ ਸ਼ੈਲ ਨੂੰ ਵੱਖਰੇ ਕਰ ਦਿਆ। ਕੋਕੋ ਸ਼ੈਲ ਬਿਨਾਂ ਸ਼ਰੈਡਿੰਗ ਤੋਂ ਹੋਣਾ ਨਹੀਂ ਕੁਝ, ਉਹ ਸਾਰੇ ਬਿਲਕੁਲ ਸਾਡੇ ਹੋਰ ਵਾਤਾਵਰਨ ਨੂੰ ਖਰਾਬ ਕਰ ਰਹੇ ਹੈਗੇ, ਉਹ ਡੀਕੰਪੋਜ਼ ਨਹੀਂ ਹੋ ਰਹੇ।